तू मोह पार उतारे केसवा। नाम कहै अवतार पी न जाना मोह बाह देह बेथला। नाम कहै अवतार पी न जाना मोह बाह देह बेथला। लोभ लहर अत निजर बाजै। वाहिगुरु जी का खालसा वाहिगुरु जी की फतेह। दसां पातशाहियां दी आत्मक जोत ताकत चाबर छतर दे मालक जुगो जुग अटल अतत पावन भगत वत्सल करना निधान अंतरजामी। शब्द कर पीरा कहर गंभीरा धन धन श्री गुरु ग्रंथ साहिब जी महाराज। सतगुरां दी साजी निवाजी परम सन्मान जोग गुरु रूप खालसा साध संगत। सतगुरु महाराज जी की अपार कृपा रहमत सदका अमृत वेले का दीवान सज रहा है। सजे हुए दीवान अंदर सतगुरु महाराज जी के पावन पवित्र स्वरूपां के प्रकाश की सेवा हुई। नितनेम अमृत बाणी का पाठ होया। आप जी ने गुरु घर पहुंच करके गरीब निवाज सतगुरां के दर्शन दीदार कीते हैं। अमृत बाणी सरवण करके अपने जीवन का महान लाभ प्राप्त किया आनंद माणिया। गुरबाणी की लड़ीवार कथा जो आप संगतां श्रवण करते हो समा होया है। मन चित करदियां एकाग्र करके गुरु चरणां नाल जुड़िए अते आ रही कथा श्रवण करके अपने जीवन का होर राह प्राप्त करिए जी। सतनाम श्री वाहिगुरु साहिब जी। लोभ लहर अत निजर बाजै। साध संगत बसंत राग अंदर भगत नामदेव जी की रचना द्वारा सतगुरु महाराज जी उपदेश बख्श रहे हैं। इस शब्द अंदर सतगुरु महाराज जी ने परमेश्वर वाहिगुरु के चरनां विच बेनती करन की जांच दसी। किस तरह इस संसार को तरिया जावे। सतगुरु महाराज कहते हे प्रभु परमेश्वर इस संसार के अंदर विकारां दे हड़ आए हुए हैं। ये जेड़ा संसार है एक समुद्र की तरह है। जिवें समुद्र दे विच बहुत गहरा पानी होता है, भयानक
ਤੂਫਾਨ ਆਉਂਦੇ ਹਨ, ਬਹੁਤ ਵੱਡੀਆਂ ਲਹਿਰਾਂ ਉੱਠਦੀਆਂ ਨੇ। ਇਸ ਤਰ੍ਹਾਂ ਜਿਹੜਾ ਇਹ ਸੰਸਾਰ ਹੈ, ਸਮੁੰਦਰ ਦੀ ਮਿਆਈ, ਇਸ ਦੇ ਵਿੱਚ ਪਦਾਰਥਾਂ ਰੂਪ ਪਾਣੀ ਭਰਿਆ ਹੋਇਆ ਹੈ। ਇਸ ਦੇ ਵਿੱਚ ਮਾਇਆ ਰੂਪ ਬੜਵਾ ਨਾਲ ਲੱਗਣੀ ਹੈ। ਕਾਮ, ਕ੍ਰੋਧ, ਇਹ ਬਹੁਤ ਭਿਆਨਕ, ਖਤਰਨਾਕ ਜਾਨਵਰ ਹਨ। ਔਰ ਜਿਹੜੀਆਂ ਲਹਿਰਾਂ ਉੱਠਦੀਆਂ ਨੇ, ਜਿਵੇਂ ਲਹਿਰਾਂ ਦੇ ਵਿੱਚ ਜਿਹੜੇ ਤੈਰਾਕੂ ਹੁੰਦੇ ਨੇ ਜਾਂ ਸਾਧ ਸੰਗਤ ਛੋਟੇ ਬੇੜੇ ਹੁੰਦੇ ਨੇ, ਲਪੇਟ ਵਿੱਚ ਆ ਜਾਂਦੇ ਨੇ। ਇਸ ਤਰ੍ਹਾਂ ਹੀ ਜਿਹੜੀ ਲੋਭ ਹੈ, ਲੋਭ ਦੀ ਲਹਿਰ, ਜਿਸ ਦੇ ਵਿੱਚ ਜੀਵ ਗੋਤੇ ਖਾ ਰਹੇ ਨੇ, ਪਦਾਰਥਾਂ ਦੇ ਲੋਭ ਵਿੱਚ ਲੱਗ ਕਰਕੇ ਇੱਕ ਦੂਜੇ ਨੂੰ ਧੋਖਾ ਦਿੰਦੇ ਨੇ, ਮਾਰਦੇ ਨੇ, ਠੱਗਦੇ ਨੇ, ਲੁੱਟਦੇ ਨੇ। ਕਈ ਤਰ੍ਹਾਂ ਦੇ ਨਾਲ ਚਤੁਰਾਈਆਂ, ਬੇਈਮਾਨੀਆਂ ਕਰਕੇ ਧਨ ਇਕੱਠਾ ਕਰਦੇ। ਮਾਇਆ ਨੂੰ ਸ਼ਬਦ ਜਾਣ ਕੇ ਜੀਵ ਮਾਇਆ ਦੇ ਵਿੱਚ ਰਹਿ ਕਰਕੇ ਸੁਖੀ ਹੋਣਾ ਚਾਹੁੰਦਾ ਹੈ। ਇਸ ਕਰਕੇ ਦੂਜਿਆਂ ਨੂੰ ਠੱਗਦਾ ਰਹਿੰਦਾ ਹੈ। ਇਹ ਹਾਲ ਦੇਖ ਕਰਕੇ ਭਗਤ ਜੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਨੂੰ ਬੇਨਤੀ ਕਰਨ ਦੀ ਜਾਂਚ ਦੱਸਦੇ ਨੇ। हे ਪ੍ਰਭੂ ਪਰਮੇਸ਼ਰ, ਇਸ ਸੰਸਾਰ ਸਮੁੰਦਰ ਦੇ ਵਿੱਚ ਨੀਚਰ ਕਹਿੰਦੇ ਨੇ ਇੱਕ ਰਸ ਅਤਿਅੰਤ ਬਹੁਤੀ ਹੀ ਲੋਭ ਦੀ ਲਹਿਰ ਵਗ ਰਹੀ ਹੈ। ਵਾਰ-ਵਾਰ ਮਨ ਦੇ ਅੰਦਰ ਲੋਭ ਪੈਦਾ ਹੁੰਦਾ ਹੈ। ਮਨ ਦੇ ਵਿੱਚ ਮਾਇਆ ਦਾ ਮੋਹ ਪੈਦਾ ਹੁੰਦਾ ਹੈ। ਮਨ ਚਾਹੁੰਦਾ ਹੈ ਮੈਨੂੰ ਹਰ ਸਮੇਂ ਮਾਇਆ ਹੀ ਚਾਹੀਦੀ। ਇਹ ਭਗਤ ਕਬੀਰ ਜੀ ਨੇ ਬਚਨ ਕੀਤੇ, ਕਬੀਰ ਚੁਗੈ ਚਿਤਾਰੈ, ਢੀ ਚੁਗੈ ਚੁਗ ਚੁਗ ਚਿਤਾਰੀ। ਜੈਸੇ ਬਜ ਰਹੇ ਕੂੰਜ ਮਨ, ਤੈਸੇ ਮਾਇਆ ਮਮਤਾ ਦੀ। ਜਿਵੇਂ ਕੂੰਜ ਪਹਾੜਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਕਰਕੇ ਮੈਦਾਨੀ ਇਲਾਕਿਆਂ ਵਿੱਚ ਆ ਜਾਂਦੀ ਹੈ, ਜਦੋਂ ਚੋਗਾ ਚੁਗਦੀ ਹੈ ਆਪਣੇ ਬੱਚਿਆਂ ਨੂੰ ਚੇਤੇ ਕਰਦੀ। ਉਸ ਯਾਦ ਸ਼ਕਤੀ ਕਰਕੇ ਹੀ ਸਾਧ ਸੰਗਤ ਉੱਤੇ ਬੱਚੇ ਪਾਲਦੇ ਰਹਿੰਦੇ ਨੇ। ਕੂੰਜ ਇੱਕ ਦਾਣਾ ਚੁੱਕ ਕਰਕੇ ਆਪਣੇ ਬੱਚੇ ਨੂੰ ਯਾਦ ਰੱਖਦੀ ਹੈ। ਇਸ ਤਰ੍ਹਾਂ ਹੀ ਮਨ ਵਿੱਚ ਮਾਇਆ ਦਾ ਪ੍ਰਭਾਵ ਹੈ। ਹਰ ਛਿਨ ਹਰ ਸਮੇਂ ਮਨ ਮਾਇਆ ਨੂੰ ਚਾਹੁੰਦਾ ਹੈ, ਮਾਇਆ ਨੂੰ ਯਾਦ ਕਰਦਾ ਹੈ, ਕਿਉਂਕਿ ਮਾਇਆ ਨੂੰ ਮਨ ਨੇ ਸੱਤ ਸਮਝਿਆ। ਭਗਤ ਜੀ ਕਹਿੰਦੇ ਹੈ ਪ੍ਰਭੂ ਪਰਮੇਸ਼ਰ, ਸਾਡੇ ਮਨਾਂ ਦੇ ਅੰਦਰ ਅਤਿਅੰਤ ਇੱਕ ਰਸ, ਇਸ ਲੋਭ ਦੀ ਲਹਿਰ ਚੱਲ ਰਹੀ ਹੈ। ਕਾਇਆ ਡੂਬੈ ਕੇਸਵਾ। ਔਰ ਸਾਡੀ ਜੋ ਕਾਇਆ ਬੁੱਧੀ ਹੈ, ਇਸ ਲੋਭ ਦੇ ਵਿੱਚ ਲਹਿਰ ਅੰਦਰ ਡੁੱਬ ਰਹੀ ਹੈ। ਜਿਸ ਸਮੇਂ ਮਨ ਅੰਦਰ ਪਦਾਰਥਾਂ ਦਾ ਲੋਭ ਪੈਦਾ ਹੋ ਜਾਂਦਾ ਹੈ ਤੇ ਮਨ ਅੰਦਰ ਕਈ ਤਰ੍ਹਾਂ ਦੇ ਸੰਕਲਪ ਪੈਦਾ ਹੋ ਜਾਂਦੇ, ਮਨ ਫਰਣੇ ਉਠਾਉਂਦਾ ਹੈ। ਜਿਸ ਤਰ੍ਹਾਂ ਕਹਿੰਦੇ
ਇੱਕ ਤੇਲੀ ਤੇਲ ਲੈ ਕੇ ਜਾ ਰਿਹਾ ਸੀ। ਉਸਨੇ ਇੱਕ ਮਜ਼ਦੂਰ ਨੂੰ ਕਿਹਾ ਕਿ ਭਰਾਵਾ, ਇਹ ਤੇਲ ਇਸ ਦਾ ਕਾਫੀ ਭਾਰ ਹੈ, ਆਪਣੇ ਸਿਰ ਤੇ ਰੱਖ ਕੇ ਮੇਰੇ ਨਾਲ ਲੈ ਕੇ ਚੱਲ, ਮੈਂ ਤੈਨੂੰ 2 ਪੈਸੇ ਦੇ ਦੇਵਾਂਗਾ। ਤੇ ਉਸ ਮਜ਼ਦੂਰ ਨੇ ਸਾਧ ਸੰਗਤ ਉਸ ਤੇ ਆਖੇ ਲੱਗ ਕਰਕੇ ਉਹ ਤੇਲ ਦਾ ਟੋਕਰਾ ਆਪਣੇ ਸਿਰ ਤੇ ਰੱਖ ਲਿਆ। ਔਰ ਰਸਤੇ ਵਿੱਚ ਜਾਂਦਿਆਂ ਮਨ ਵਿੱਚ ਵਿਚਾਰਦਾ ਹੈ ਕਿ ਮੈਨੂੰ 2 ਪੈਸੇ ਮਿਲਣਗੇ, ਉਸ ਦੇ ਮੈਂ ਆਟੇ ਖਰੀਦ ਲਵਾਂਗਾ, ਆਂਡਿਆਂ ਤੋਂ ਮੁਰਗੀਆਂ ਮੈਨੂੰ ਪ੍ਰਾਪਤ ਹੋ ਜਾਣਗੀਆਂ, ਮੁਰਗੀਆਂ ਨੂੰ ਪਾਲਾਂਗਾ ਤੇ ਫਿਰ ਮੁਰਗੀਆਂ ਵੇਚ ਲਵਾਂਗਾ, ਫਿਰ ਮੈਂ ਬੱਕਰੀਆਂ ਖਰੀਦ ਲਵਾਂਗਾ, ਬੱਕਰੀਆਂ ਦਾ ਏਜੜ ਹੋ ਜਾਵੇਗਾ ਮੇਰੇ ਕੋਲ, ਇਸ ਤਰ੍ਹਾਂ ਮੈਂ ਉਹਨਾਂ ਨੂੰ ਵੇਚ ਕੇ ਮੱਝਾਂ ਖਰੀਦ ਲਵਾਂਗਾ, ਫਿਰ ਮੱਝਾਂ ਦੁੱਧ ਪਾਲਿਆ ਕਰਾਂਗਾ, ਮੱਝਾਂ ਨੂੰ ਪਾਲਾਂਗਾ, ਦੁੱਧ ਵੇਚਿਆ ਕਰਾਂਗਾ, ਮੇਰੇ ਕੋਲ ਬਹੁਤ ਧਨ ਇਕੱਠਾ ਹੋ ਜਾਵੇਗਾ ਤੇ ਫਿਰ ਮੈਨੂੰ ਲੋਕ ਪਿੰਡ ਦਾ ਚੌਧਰੀ ਬਣਾ ਦੇਣਗੇ, ਇਸ ਤਰ੍ਹਾਂ ਮੇਰਾ ਵਿਆਹ ਹੋ ਜਾਵੇਗਾ ਤੇ ਮੈਂ ਫਿਰ ਪਿੰਡ ਦੇ ਜਿਹੜੇ ਮਸਲੇ ਹਨ ਲੋਕਾਂ ਵਿੱਚ ਬੈਠ ਕੇ ਹੱਲ ਕਰਾਂਗਾ। ਉਧਰ ਮੇਰੇ ਬੱਚੇ ਮੈਨੂੰ ਸੱਦਣ ਵਾਸਤੇ ਆਉਣਗੇ ਘਰ ਵਿੱਚ ਤੇ ਮੈਂ ਉਹਨਾਂ ਨੂੰ ਝੜਕਾ ਦੇਵਾਂਗਾ, ਗਾਲਾਂ ਕੱਢਾਂਗਾ। ਇਸ ਤਰ੍ਹਾਂ ਸੋਚਦਿਆਂ ਤੇ ਰਸਤੇ ਦੇ ਵਿੱਚ ਖੇਡਾਂ ਵੱਜਣ ਕਰਕੇ ਉਹ ਤੇਲ ਡੁੱਲ ਜਾਂਦਾ ਹੈ। ਉਸ ਸਮੇਂ ਜਿਹੜਾ ਉਹ ਤੇਲੀ ਹੁੰਦਾ ਰੋਂਦਾ ਕਿ ਮੇਰਾ ਨੁਕਸਾਨ ਹੋ ਗਿਆ, ਕਿ ਮੈਨੂੰ ਇੰਨੇ ਦਾ ਨੁਕਸਾਨ ਕਰ ਦਿੱਤਾ। ਉਹ ਕਹਿੰਦਾ ਤੇਰਾ ਥੋੜਾ ਨੁਕਸਾਨ ਹੋਇਆ, ਮੇਰਾ ਬੜਾ ਹੋਇਆ, ਮੇਰਾ ਸਾਰਾ ਟੱਬਰ ਹੀ ਰੁੜ ਗਿਆ। ਇਸ ਤਰ੍ਹਾਂ ਜਿਹੜਾ ਮਨੁੱਖ ਹੈ ਆਪਣੇ ਮਨ ਅੰਦਰ ਪਦਾਰਥਾਂ ਦੇ ਲਾਲਚ ਰੱਖ ਕੇ ਆਪਣੇ ਅੰਦਰ ਫੁਰਨੇ ਉਠਾਉਂਦਾ ਹੈ, ਉਸ ਫੁਰਨਿਆਂ ਵਿੱਚ ਰੁੜਦਾ ਰਹਿੰਦਾ ਹੈ ਹਰ ਸਮੇਂ। ਇੱਕ ਪਦਾਰਥ ਦੀ ਇੱਛਾ ਹੁੰਦੀ ਹੈ, ਸਹਿਜ ਖੱਟੈ ਲੱਖ ਕੋਟ ਧਾਵੈ, ਤ੍ਰਿਪਤ ਨ ਆਵੈ, ਮਾਇਆ ਪਾਛੈ ਪਾਵੈ, ਅਨੇਕ ਭੋਗ ਦੇਖਿਆ ਕਿ ਕਰੈ, ਨਹਿ ਤ੍ਰਿਪਤ ਆਵੈ, ਖੱਪ ਮਾਰੈ। ਮਾਇਆ ਨੂੰ ਹਰ ਸਮੇਂ ਚਾਹੁੰਦਾ ਰਹਿੰਦਾ। ਇੱਕ ਤਾਂ ਸਾਧ ਸੰਗਤ ਮਾਇਆ ਜਿਹੜੀ ਹੈ ਜੀਵ ਦੀ ਲੋੜ ਪੂਰੀ ਕਰਦੀ ਹੈ, ਪਰ ਜੀਵ ਜੇ ਇਸ ਨੂੰ ਆਪਣੀ ਲੋੜ ਵਾਸਤੇ ਵਰਤੇ, ਪਰ ਜੇ ਮਾਇਆ ਨੂੰ ਇਕੱਠੀ ਕਰਨ ਵਾਸਤੇ ਆਪਣੇ ਐਸ਼ ਆਰਾਮ ਸੁੱਖ ਸਹੂਲਤਾਂ ਵਾਸਤੇ ਵਰਤਣ ਲੱਗ ਜਾਵੇ ਤਾਂ ਇਹ ਦੁੱਖ ਰੂਪ ਹੋ ਜਾਂਦੀ ਹੈ, ਪਰਮਾਤਮਾ ਤੋਂ ਭੁਲਾ ਦਿੰਦੀ ਹੈ। ਭਗਤ ਜੀ ਕਹਿੰਦੇ, ਹੇ ਕੇਸਵਾ ਕੇਸਾਂ ਧਾਰੀ ਪਰਮੇਸ਼ਰ, ਹੇ ਵਾਹਿਗੁਰੂ ਕੇਸਵਾ ਪਾਣੀ ਤੇ ਜਲ ਤੇ ਆਰਾਮ ਕਰਨ ਵਾਲੇ, ਜਿਹੜੀ ਮੇਰੀ ਬੁੱਧੀ ਹੈ ਕਾਇਆ, ਇਹ ਹੁਣ ਇਸ ਸੰਸਾਰ ਦੇ ਅੰਦਰ ਡੁੱਬ ਰਹੀ ਹੈ, ਇਸ ਲੋਕ ਦੀ ਲਹਿਰ ਵਿੱਚ ਗੋਤੇ ਖਾ ਲਈ। ਜਿਵੇਂ ਮਨੁੱਖ ਜਦੋਂ ਸਮੁੰਦਰ ਦੀਆਂ ਭਿਆਨਕ ਲਹਿਰਾਂ ਉੱਠਦੀਆਂ ਨੇ ਉਸ ਦੀ ਲਪੇਟ ਵਿੱਚ ਆ ਜਾਂਦਾ ਹੈ, ਇਸ ਤਰ੍ਹਾਂ ਜਿਹੜਾ ਲੋਭ ਹੈ ਬੁੱਧੀ ਨੂੰ ਆਪਣੇ ਵਿੱਚ ਗਲਤਾਨ ਕਰ ਲੈਂਦਾ ਹੈ, ਡੋਬ ਲੈਂਦਾ ਹੈ। ਹੇ ਪ੍ਰਭੂ ਪਰਮੇਸ਼ਰ, ਕਾਇਆ ਨਾਮ ਸਰੀਰ ਦਾ ਵੀ ਹੈ, ਜਿਹੜਾ ਮੇਰਾ ਇਹ ਸਰੀਰ ਹੈ ਇਹ ਲੋਭ ਵਿੱਚ ਲੱਗ ਕਰਕੇ ਡੁੱਬ ਰਿਹਾ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਹੇ ਪ੍ਰਭੂ ਪਰਮੇਸ਼ਰ, ਇਸ ਸੰਸਾਰ ਸਮੁੰਦਰ ਤੋਂ ਮੇਰੇ ਕਾਈ ਤਾਰ ਨਾ ਕਰ। ਹੇ ਗੋਬਿੰਦ,
ਮੈਨੂੰ ਆਪਣੇ ਨਾਮ ਦਾ ਆਸਰਾ ਦੇ ਕਰਕੇ ਸੰਸਾਰ ਤੋਂ ਪਾਰ ਕਰ ਦੇ। ਜਿੱਥੇ ਸਤਿਗੁਰਾਂ ਬਚਨ ਕੀਤੇ, ਹਰ ਹਰ ਨਾਮ ਮੋਹਿਤ ਹੈ ਕਰ ਜੁਗ, ਖੇਵਟ ਗੁਰ ਸ਼ਬਦ ਕਰੋ। ਵਾਹਿਗੁਰੂ ਦਾ ਨਾਮ ਸੰਸਾਰ ਵਿੱਚ ਸਮੁੰਦਰ ਤੋਂ ਪਾਰ ਕਰਨ ਵਾਸਤੇ ਜਹਾਜ਼ ਦੀ ਨਿਆਈ ਹੈ। ਪਰ ਜਿਹੜੇ ਵਾਹਿਗੁਰੂ ਦੇ ਨਾਮ ਰੂਪ ਜਹਾਜ਼ ਦੇ ਆਸਰੇ ਹੋ ਜਾਂਦੇ ਨੇ, ਉਹ ਪਾਰ ਹੁੰਦੇ ਸਾਰ। ਭਗਤ ਜੀ ਬੇਨਤੀ ਕਰਦੇ ਨੇ, ਹੈ ਪਰਮੇਸ਼ਰ, ਇਹ ਜੋ ਸੰਸਾਰ ਹੈ ਸਮੁੰਦਰ ਦੀ ਨਿਆਈ ਬੜਾ ਡੂੰਘਾ ਹੈ ਔਰ ਇਹਦੇ ਵਿੱਚ ਬਹੁਤ ਭਿਆਨਕ ਲਹਿਰਾਂ ਹਨ। ਇਸ ਤੋਂ ਮੈਨੂੰ ਪਾਰ ਕਰਨਾ ਕਰ। ਤਾਰ ਲੈ ਬਾਪ ਵਿਫਲਾ, हे ਬਾਪ ਮੇਰੇ ਪਿਤਾ ਵਿਫਲਾ ਪਰਮੇਸ਼ਰ ਵਾਹਿਗੁਰੂ, ਮੈਨੂੰ ਇਸ ਸੰਸਾਰ ਸਮੁੰਦਰ ਤੋਂ ਤਾਰ ਲੈਣਾ ਕਰ, ਪਾਰ ਕਰ ਦੇ। ਵਿਠਲ ਨਾਮ ਪਿਆਰੇ ਦਾ ਵੀ ਹੁੰਦਾ ਹੈ। ਵਿਠਲ ਜੋ ਉਤਪਤੀ ਕਰੇ, ਪਾਲਣਾ ਕਰੇ, ਰਹਿਤਾ ਕਰੇ, ਉਸ ਨੂੰ ਵੀ ਵਿਠਲ ਕਹਿੰਦੇ ਨੇ। ਭਗਤ ਜੀ ਕਹਿੰਦੇ, हे ਪਰਮੇਸ਼ਰ, ਮੈਨੂੰ ਆਪਣਾ ਆਸਰਾ ਦੇ ਕਰਕੇ, ਆਪਣੀ ਸ਼ਰਨ ਵਿੱਚ ਰੱਖ ਕਰਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਲੈਣਾ ਕਰ। ਰਹਾਉ ਅਨਲ ਬੇੜਾ ਹੋ ਖੇਵ ਨਾ ਸਾਕਾ, हे ਪਰਮੇਸ਼ਰ ਵਾਹਿਗੁਰੂ, ਅਨਲ ਬੇੜਾ, ਅਨਲ ਕਹਿੰਦੇ ਨੇ ਸਾਧ ਸੰਗਤ ਹਵਾ ਦੇ ਤਣੇ। ਜਿਹੜਾ ਮੇਰਾ ਇਹ ਸਰੀਰ ਰੂਪ ਬੇੜਾ ਹੈ, ਵਾਸਨਾ ਰੂਪ ਹਵਾ ਦੇ ਘੇਰੇ ਵਿੱਚ ਆ ਗਿਆ। ਜਿਵੇਂ ਸਮੁੰਦਰ ਵਿੱਚ ਤੂਫਾਨ ਆਉਂਦੇ ਨੇ ਜਾਂ ਉਲਟੀ ਹਵਾ ਵਗ ਪਵੇ, ਤਾਂ ਜਿਹੜੇ ਜਹਾਜ਼ ਹੁੰਦੇ ਹਨ, ਬੇੜੇ ਹੁੰਦੇ ਸਾਧ ਸੰਗਤ, ਉਹਨਾਂ ਨੂੰ ਅੱਗੇ ਜਾਣ ਤੋਂ ਰੁਕਾਵਟ ਪੈਦਾ ਹੋ ਜਾਂਦੀ ਹੈ ਔਰ ਡੁੱਬਣ ਦਾ ਖਤਰਾ ਹੋ ਜਾਂਦਾ ਹੈ। ਭਗਤ ਜੀ ਕਹਿੰਦੇ, हे ਪ੍ਰਭੂ, ਜਿਹੜੀ ਮਨ ਦੇ ਅੰਦਰ ਵਾਸਨਾ ਹੈ ਪਦਾਰਥਾਂ ਦੀ, ਵਿਕਾਰਾਂ ਦੀ, ਇਸ ਕਰਕੇ ਮੇਰਾ ਜਿਹੜਾ ਇਹ ਬੇੜਾ ਹੈ ਸਰੀਰ, ਇਹ ਡੋਲ ਰਿਹਾ ਹੈ। ਹਾਂ ਖੇਵ ਨਾ ਸਕਦਾ, ਖੇਵ ਕਹਿੰਦੇ ਨੇ ਆਸਰੇ ਨੂੰ। ਮੈਂ ਇਸ ਨੂੰ ਆਸਰਾ ਨਹੀਂ ਦੇ ਸਕਦਾ। ਕਿਸੇ ਪ੍ਰਕਾਰ ਦੀ ਮੇਰੇ ਕੋਲੋਂ ਕੋਈ ਯਤਨ ਨਹੀਂ ਹੁੰਦਾ ਕਿ ਇਸ ਨੂੰ ਕੋਈ ਆਸਰਾ ਮਿਲ ਜਾਵੇ। ਤੇਰਾ ਪਾਰ ਨਾ ਪਾਇਆ ਵਿਫਲਾ, हे ਪ੍ਰਭੂ ਪਰਮੇਸ਼ਰ, ਤੇਰਾ ਕਿਸੇ ਨੇ ਪਾਰ ਨਹੀਂ ਪਾਇਆ। ਤੂੰ ਬੇਅੰਤ ਹੈ, ਇਸ ਸੰਸਾਰ ਦਾ ਵੀ ਕੋਈ ਪਾਰ ਨਹੀਂ ਪਾ ਸਕਿਆ ਜਿਸ ਨੂੰ ਤੂੰ ਪੈਦਾ ਕੀਤਾ ਹੈ। ਸੰਸਾਰ ਦੇ ਵਿੱਚ ਮਾਇਆ ਨੂੰ ਵੀ ਤੂੰ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ, ਪਰ ਮਾਇਆ ਨੂੰ ਰੱਖ ਕਰਕੇ ਜੀਵ ਇਸ ਦਾ ਵੀ ਅੰਤ ਨਹੀਂ ਪਾ ਸਕਦਾ। ਤੂੰ ਆਪ ਤਾਂ ਬੇਅੰਤ ਹੈ, ਪਰ ਇਸ ਸੰਸਾਰ ਦੇ ਵਿੱਚ ਵੀ ਜੀਵਾਂ ਨੂੰ ਜਿਵੇਂ ਸਮੁੰਦਰ ਵਿੱਚ ਮੱਛੀ ਅੰਤ ਨਹੀਂ ਨਾ ਪਾ ਸਕਦੀ, ਇਸ ਤਰ੍ਹਾਂ ਸੰਸਾਰ ਅੰਦਰ ਰੱਖਿਆ ਹੋਇਆ ਹੈ। ਤੇਰਾ ਪਾਰ ਨਾ ਪਾਇਆ ਵਿਫਲਾ, हे ਵਿਫਲ ਪਰਮੇਸ਼ਰ ਵਾਹਿਗੁਰੂ, ਤੇਰਾ ਕਿਸੇ ਨੇ ਪਾਰ ਅੰਤ ਨਹੀਂ ਪਾਉਣਾ ਕੀਤਾ। ਉਹ ਦਇਆਲ ਸਤਿਗੁਰ ਮੇਲ ਤੂੰ, ਮੋਕਾ ਪਾਰ ਉਤਾਰੇ ਕੇਸਵਾ। हे ਪ੍ਰਭੂ, ਤੂੰ ਮੇਰੇ ਤੇ ਦਇਆਲੂ ਹੋਣਾ ਕਰ, ਰਹਿਮਤ ਕਰ ਔਰ ਮੈਨੂੰ ਸਤਿਗੁਰਾਂ ਦੇ ਨਾਲ ਮਿਲਣਾ ਕਰ। ਸਤਿਗੁਰਾਂ ਨਾਲ ਮਿਲਾਂਗੇ ਤਾਂ ਸਾਧ ਸੰਗਤ ਇਸ ਸੰਸਾਰ ਤੋਂ ਪਾਰ ਹੋਣ ਦਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਮਹਾਰਾਜ ਨੇ ਵਚਨ ਕੀਤੇ, ਜੋ ਜੀਵ ਹੈ ਆਪਣੇ ਕਰਮਾਂ ਕਰਕੇ ਸੰਸਾਰ ਦੇ ਵਿੱਚ ਡੁੱਬਦੇ ਨੇ। ਕਰਮਾਂ ਕਰਕੇ ਜੀਵ ਕਈ ਤਰ੍ਹਾਂ ਦੇ ਜਨਮ ਪ੍ਰਾਪਤ ਕਰਦਾ ਹੈ। ਜੋ ਸਤਿਗੁਰਾਂ ਨੂੰ ਮਿਲ ਜਾਂਦੇ ਨੇ, ਉਹਨਾਂ ਦੇ ਕਰਮ ਕੱਟੇ ਜਾਂਦੇ ਹਨ।
ਸਤਿਗੁਰੂ ਮਹਾਰਾਜ ਜੀ ਬੋਹਿਤ ਜਹਾਜ਼ ਦੀ ਨਿਆਈ ਹੋਈ। ਸਤਿਗੁਰ ਬੋਹਿਤ ਨਾਵ ਹੈ ਕਿਤ ਵਿਦ ਚੜਿਆ ਜਾਈ। ਸਤਿਗੁਰ ਕਹਿ ਭਾਣੇ ਜੋ ਚੱਲੇ ਵਿੱਚ ਬੋਹਿਤ ਬੈਠਾ ਆਈ। ਗੁਰੂ ਸਾਹਿਬ ਜੀ ਸੰਸਾਰ ਤੋਂ ਪਾਰ ਕਰਨ ਵਾਸਤੇ ਬੋਹਿਤ ਜਹਾਜ਼ ਦੀ ਨਿਆਈ, ਨਾਵ ਬੇੜੇ ਦੀ ਨਿਆਈ ਹੋਈ। ਜਿਵੇਂ ਸਮੁੰਦਰ ਤੋਂ ਪਾਰ ਹੋਣ ਵਾਸਤੇ ਇੱਕ ਬੇੜਾ ਹੁੰਦਾ ਹੈ, ਸਾਧ ਸੰਗਤ ਜਹਾਜ਼ ਹੁੰਦਾ ਹੈ, ਪਰ ਗੁਰੂ ਰੂਪ ਜਹਾਜ਼ ਵਿੱਚ ਕਿਵੇਂ ਚੜਿਆ ਜਾਵੇ। ਜੋ ਸਤਿਗੁਰਾਂ ਦੇ ਭਾਣੇ ਵਿੱਚ ਹੁਕਮ ਵਿੱਚ ਚੱਲਦੇ ਨੇ ਉਹ ਇਸ ਜਹਾਜ਼ ਅੰਦਰ ਚੜ ਜਾਂਦੇ ਹਨ। ਜਿਨ੍ਹਾਂ ਨੇ ਆਪਣਾ ਜੀਵਨ, ਆਪਣਾ ਮਨ ਗੁਰੂ ਦੇ ਹੁਕਮ ਵਿੱਚ ਤੋਰਨਾ ਆਰੰਭ ਕਰ ਦਿੱਤਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਤਮ ਕਰੇ ਭਲ ਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰ ਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਦੋਖ ਪਾਪ ਲਹਿ ਜਾਵੇ। ਪਾਪਾ ਕਰਮਾਂ ਕਰਕੇ ਬੁੱਧੀ ਮਲੀਨ ਹੋ ਜਾਂਦੀ ਹੈ ਔਰ ਜੀਵ ਵਿਕਾਰਾਂ ਨੂੰ ਕਮਾਉਂਦਾ ਹੈ, ਅਗਿਆਨਤਾ ਨੂੰ ਕਮਾਉਂਦਾ ਰਹਿੰਦਾ ਹੈ। ਸਮਝਾਇਆ ਵੀ ਸਮਝਦਾ ਨਹੀਂ ਹੈ ਔਰ ਇਸ ਨੂੰ ਕੋਈ ਗਿਆਨ, ਕੋਈ ਧਿਆਨ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਮਨ ਵਿੱਚ ਪਾਪ ਪ੍ਰਵਣ ਹਨ। ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹਨਾਂ ਦੇ ਪਾਪ ਕਰਮ ਕੱਟੇ ਜਾਂਦੇ ਨੇ। ਜਿਹੜੇ ਮਨ ਨੂੰ ਚੰਚਲ ਕਰਨ ਵਾਲੇ ਵਿਕਾਰ ਨੇ ਉਹ ਨਸ ਜਾਂਦੇ ਹਨ। ਉਹਨਾਂ ਦਾ ਮਨ ਤੇ ਪ੍ਰਭਾਵ ਨਹੀਂ ਪੈਂਦਾ। ਜਿੱਥੇ ਸਤਿਗੁਰਾਂ ਨੇ ਵਰਣਨ ਕੀਤੇ ਪੂਰੇ ਵੱਡੇ ਭਾਗ ਭੇਟੇ ਗੁਰ ਦੇਵਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੱਡਿਆਂ ਭਾਗਾਂ ਨਾਲ ਜਿਨ੍ਹਾਂ ਨੇ ਸਤਿਗੁਰਾਂ ਨੂੰ ਮਿਲਣਾ ਕੀਤਾ ਹੈ ਉਹਨਾਂ ਦੇ ਕਰੋੜਾਂ ਹੀ ਅਪਰਾਧ ਕੱਟੇ ਜਾਂਦੇ ਹਨ। ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਪਿਆਪੈ। ਜਿਹਦਾ ਵਾਹਿਗੁਰੂ ਦੇ ਚਰਨਾਂ ਵਿੱਚ ਮਨ ਮਿਲ ਜਾਂਦਾ ਹੈ ਉਹਨੂੰ ਸੋਗ ਰੂਪ ਅਗਨ ਵਿਆਪਦੀ ਨਹੀਂ ਹੈ। ਸਾਗਰ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ। ਉਹਨਾਂ ਨੇ ਗੁਰਮੁਖਾਂ ਦੀ ਸੰਗਤ ਕਰਦਿਆਂ, ਸਤਿਗੁਰਾਂ ਦੀ ਸੰਗਤ ਕਰਦਿਆਂ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨਾ ਕੀਤਾ। ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਜਿਹੜੀ ਬੁੱਧੀ ਹੈ, ਜਿਹੜਾ ਮਨ ਹੈ ਵਿਕਾਰਾਂ ਵਿੱਚ ਨਹੀਂ ਜਾਂਦਾ, ਵਿਕਾਰਾਂ ਤੋਂ ਉੱਪਰ ਹੋ ਜਾਂਦਾ ਹੈ। ਜਦ ਸਤਿਗੁਰੂ ਮਹਾਰਾਜ ਜੀ ਉਹ ਜੀਵਨ ਸਿਖਾਉਂਦੇ ਨੇ। ਗੁਰਸਿੱਖਾਂ ਦਾ ਜੀਵਨ ਕੈਸਾ ਹੁੰਦਾ ਹੈ? ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਬੇੜੀ ਪਾਣੀ ਵਿੱਚ ਰਹਿੰਦੀ ਹੈ, ਰਹਿੰਦੀ ਤਾਂ ਉਹ ਪਾਣੀ ਵਿੱਚ ਹੀ ਹੈ। ਬੇੜੀ ਦਾ ਅੱਧੇ ਤੋਂ ਵੱਧ ਹਿੱਸਾ ਪਾਣੀ ਵਿੱਚ ਹੁੰਦਾ ਹੈ, ਪਰ ਤਕਰੀਬਨ 3-4 ਉਂਗਲਾਂ ਉਹ ਪਾਣੀ ਤੋਂ ਬਾਹਰ ਹੁੰਦੀ ਹੈ। ਪਾਣੀ ਉਹਦੇ ਵਿੱਚ ਪ੍ਰਵੇਸ਼ ਨਹੀਂ ਹੁੰਦਾ। ਫਿਰ ਉਹ ਬੇੜੀ ਪਾਣੀ ਤੋਂ ਉੱਪਰ ਤੈਰਦੀ ਹੋਈ ਕਿਨਾਰਿਆਂ ਤੱਕ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਹੀ ਜਿਹੜਾ ਗੁਰਸਿੱਖ ਹੈ ਉਹ ਸੰਸਾਰ ਵਿੱਚ ਮਾਇਆ ਅੰਦਰ ਪਰਿਵਾਰ ਵਿੱਚ ਰਹਿੰਦਾ ਹੈ, ਆਪਣੀ ਕਿਰਤ ਵੀ ਕਰਦਾ ਹੈ, ਆਪਣੇ ਪਰਿਵਾਰ ਨੂੰ ਵੀ ਚਲਾਉਂਦਾ ਹੈ। ਪਰ ਸਾਧ ਸੰਗਤ ਇਹ ਬੇੜੀ ਦੀ ਨਿਆਈ ਹੈ। ਜਿਵੇਂ ਬੇੜੀ ਰਹਿੰਦੀ ਤਾਂ ਪਾਣੀ ਵਿੱਚ ਹੀ ਹੈ, ਉਹਦਾ ਅੱਧੇ ਤੋਂ ਵੱਧ ਹਿੱਸਾ ਪਾਣੀ 'ਚ ਹੁੰਦਾ ਹੈ। ਇਸ ਤਰ੍ਹਾਂ ਗੁਰਸਿੱਖ ਦਾ ਜੀਵਨ ਹੁੰਦਾ ਤਾਂ ਪਰਿਵਾਰ 'ਚ ਹੀ ਹੈ, ਪ੍ਰਗਤੀ 'ਚ ਹੈ। ਉਹਦਾ ਤਕਰੀਬਨ
ਬਹੁਤਾ ਜੀਵਨ ਪਰਿਵਾਰ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਕਿ ਇਹ ਕਾਰੋਬਾਰ ਵੀ ਕਰ ਰਿਹਾ ਹੈ, ਇਹ ਘਰ ਦੇ ਕੰਮ ਵੀ ਕਰ ਰਿਹਾ ਹੈ, ਇਹ ਕਿਰਤ ਵੀ ਕਰ ਰਿਹਾ ਹੈ, ਪਰ ਦੂਜੇ ਪਾਸੇ ਜਿਵੇਂ ਬੇੜੀ 4 ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ, ਗੁਰਸਿੱਖ ਦੀ ਮੱਤ, ਗੁਰਸਿੱਖ ਦੀ ਸੁਰਤ ਗੁਰੂ ਨਾਲ ਜੁੜੀ ਹੋਈ ਹੈ। ਜੀਵਨ ਗੁਰੂ ਦੇ ਆਸਰੇ ਹੋਵੇ, ਮੱਤ ਵਿੱਚ ਗੁਰਮਤਿ ਹੋਵੇ। ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਜਿਹੜਾ ਸਤਿਗੁਰਾਂ ਤੋਂ ਨਾਮ ਪ੍ਰਾਪਤ ਕੀਤਾ ਹੈ, ਉਹ ਆਪਣੇ ਪ੍ਰਾਣਾਂ ਦਾ ਸਖਾ ਸਮਝੇ। ਨਾਮ ਤੋਂ ਬਿਨਾਂ ਬਾਕੀ ਸਭ ਕੁਝ ਝੂਠ ਸਮਝੇ। ਨਾਮ ਤੋਂ ਬਿਨਾਂ ਸਭ ਕੁਝ ਇੱਥੇ ਦੁਨੀਆ ਤੇ ਰਹਿ ਜਾਣਾ, ਇਹ ਸਮਝ ਲਵੇ। ਇਸ ਤਰ੍ਹਾਂ ਜਿਵੇਂ ਬੇੜੀ ਪਾਣੀ ਦੀਆਂ ਲਹਿਰਾਂ ਨੂੰ ਕੱਟ ਕੇ ਕਿਨਾਰੇ ਤੱਕ ਪਹੁੰਚ ਜਾਂਦੀ ਹੈ, ਜਿਹੜਾ ਗੁਰਸਿੱਖ ਦਾ ਜੀਵਨ ਹੈ ਨਾ, ਉਹ ਪਰਿਵਾਰ ਦੇ ਮੋਹ ਨੂੰ, ਮਾਇਆ ਦੇ ਮੋਹ ਨੂੰ, ਵਿਕਾਰਾਂ ਨੂੰ ਕੱਟ ਕੇ ਸਾਧ ਸੰਗਤ ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦੀ ਹੈ। ਸਤਿਗੁਰੂ ਮਹਾਰਾਜ ਜੀ ਉਹ ਜੀਵਨ ਸਾਨੂੰ ਸਿਖਾਉਂਦੇ ਨੇ ਕਿ ਕਿਵੇਂ ਤੋਂ ਗੁਰੂ ਨਾਲ ਜੁੜ ਕੇ ਆਪਣਾ ਜੀਵਨ ਉੱਚਾ ਕਰਨਾ ਹੈ। ਇਸ ਲਈ ਮਹਾਰਾਜ ਬਚਨ ਕਰਦੇ ਨੇ, हे ਪ੍ਰਭੂ ਹੋ ਦਇਆਲ ਸਤਿਗੁਰ ਮੇਲ ਤੂੰ, ਮੇਰੇ ਤੇ ਦਇਆ ਕਰ, ਮੈਨੂੰ ਸਤਿਗੁਰਾਂ ਦੇ ਨਾਲ ਮੇਲ ਦੇ। ਮੋਹ ਕਾ ਪਾਰ ਉਤਾਰੇ ਕੇਸਵਾ। ਕੇਸਵਾ ਕਹਿੰਦੇ ਨੇ ਕੇਸਾਂ ਧਾਰੀ ਪਰਮੇਸ਼ਰ। ਇੱਥੇ ਭਗਤ ਕਬੀਰ ਜੀ ਕਹਿੰਦੇ, ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ। ਪਰਮੇਸ਼ਰ ਵਾਹਿਗੁਰੂ ਦੇ ਵੀ ਕੇਸ ਹਨ। हे ਪਰਮੇਸ਼ਰ ਵਾਹਿਗੁਰੂ, ਕੇਸਵਾ ਕਹਿੰਦੇ ਨੇ ਪਾਣੀ ਦੇ ਸੈਰ ਸੌਣ ਵਾਲਾ, ਪਾਣੀ ਨੂੰ ਸੇਜਾ ਬਣਾ ਕੇ। हे ਪਰਮੇਸ਼ਰ, ਮੈਨੂੰ ਇਸ ਸੰਸਾਰ ਤੋਂ ਪਾਰ ਕਰ ਦੇ, ਗੁਰਾਂ ਦੇ ਨਾਲ ਮਿਲ ਕੇ। ਕਿਉਂ? ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਤੋਂ ਬਿਨਾਂ ਗਿਆਨ ਵੀ ਨਹੀਂ ਹੈ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਾਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਜੇ ਮਨ ਨੂੰ ਬੰਨ੍ਹਣਾ ਹੈ, ਮਨ ਨੂੰ ਸ਼ਾਂਤ ਕਰਨਾ ਹੈ, ਮਨ ਨੂੰ ਗਿਆਨੀ ਬਣਾਉਣਾ ਹੈ, ਗਿਆਨ ਦੇਣਾ ਹੈ, ਮਨ ਨੂੰ ਆਪਣੇ ਸਰੋਵਰ ਵਿੱਚ ਲੈ ਕੇ ਜਾਣਾ ਹੈ, ਤਾਂ ਸਭ ਤੋਂ ਪਹਿਲਾਂ ਗੁਰੂ ਚਾਹੀਦਾ ਹੈ। ਗੁਰੂ ਵਾਲਾ ਜੀਵਨ ਚਾਹੀਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪ੍ਰਭੂ ਮੈਨੂੰ ਗੁਰੂ ਨਾਲ ਮਿਲਣਾ ਕਰ, ਇਸ ਸੰਸਾਰ ਤੋਂ ਪਾਰ ਕਰ ਦਿਓ। ਨਾਮਾ ਕਹੈ ਔ ਤਰ ਪੀ ਨਾ ਜਾਣਾ। ਭਗਤ ਨਾਮਦੇਵ ਜੀ ਕਹਿੰਦੇ, हे ਵਾਹਿਗੁਰੂ, ਮੈਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਨਹੀਂ ਜਾਣਦਾ ਵੀ ਕਿਵੇਂ ਪਾਰ ਹੋਇਆ ਜਾਂਦਾ। ਜੇ ਮੈਂ ਸੋਚ ਵੀ ਲਵਾਂ ਨਾ ਕਿ ਮੈਂ ਪਾਰ ਹੋ ਜਾਵਾਂਗਾ, ਮੈਂ ਪਾਰ ਹੋ ਰਿਹਾ, ਤਾਂ ਫਿਰ ਵੀ ਇਹ ਮਾਇਆ ਐਸੀ ਹੈ, ਕਈ ਰੂਪ ਬਣਾ ਕਰਕੇ ਰੁਕਾਵਟਾਂ ਪਾ ਦਿੰਦੀ ਹੈ ਸਾਧ ਸੰਗਤ। ਇਸ ਲਈ ਭਗਤ ਕਬੀਰ ਜੀ ਕਹਿੰਦੇ, ਅਜੋ ਸੋ ਬੇੜਾ ਸਮੁੰਦਰ ਮਹਿ, ਕਿਆ ਜਾਣਾ ਕਿਆ ਹੋਏ। ਕਦੇ ਹੰਕਾਰ ਨਾ ਕਰੀਏ। ਕਬੀਰ ਗਰਬ ਨਾ ਕੀਜੀਐ, ਰੰਗ ਨਾ ਹਸੀਐ ਕੋਏ। ਕਹਿੰਦੇ ਤੂੰ ਕਦੇ ਹੰਕਾਰੀ ਨਾ ਹੋ ਜੀ। ਕਿਸੇ ਕੰਗਾਲ ਗਰੀਬ ਨੂੰ ਦੇਖ ਕੇ ਹਾਸੀ ਨਾ ਕਰਦੀ ਕਦੇ। ਕਿਉਂ? ਅਜੋ ਸੋ ਬੇੜਾ ਸਮੁੰਦਰ ਮਹਿ ਹੈ, ਕਿਆ ਜਾਣਾ ਕਿਆ ਹੋਏ। ਅਜੇ ਤੇਰੇ ਜੀਵਨ ਦਾ ਬੇੜਾ ਸਮੁੰਦਰ ਚ ਤੁਰਿਆ ਫਿਰਦਾ ਹੈ, ਪਤਾ ਨਹੀਂ ਕਿੱਧਰੋਂ ਲਹਿਰ ਉੱਠਣੀ ਹੈ ਤੇ ਇਸ ਨੇ ਗੋਤਾ ਖਾ ਕੇ ਵਿੱਚ ਹੀ ਚਲੇ ਜਾਣਾ। ਕਈ ਵਾਰ ਐਸਾ ਵੀ ਹੁੰਦਾ ਹੈ ਕਿ ਮਨੁੱਖ
ਬੜੀ ਜੀਵਨ ਅੰਦਰ ਕਮਾਈ ਕਰਦਾ ਹੈ, ਸਾਧ ਸੰਗਤ ਮਿਹਨਤ ਕਰਦਾ ਹੈ, ਪਰ ਕੋਈ ਐਸਾ ਸਮਾਂ ਹੁੰਦਾ ਹੈ ਕਿ ਸਾਰੀ ਕੀਤੀ ਮਿਹਨਤ ਨਿਸਫਲ ਹੋ ਜਾਂਦੀ। ਪਰ ਜਿਹੜੇ ਨਿਮਾਣੇ ਬਣ ਕੇ ਗੁਰੂ ਦੇ ਆਸਰੇ ਰਹਿੰਦੇ ਨੇ, ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਪਾਰ ਕਰ ਦਿੰਦੇ ਹਨ। ਇਸ ਲਈ ਭਗਤ ਜੀ ਕਹਿੰਦੇ ਨੇ, ਪ੍ਰਭੂ ਮੈਂ ਤਰਨਾ ਨਹੀਂ ਜਾਣਦਾ, ਤੂੰ ਹੀ ਮੈਨੂੰ ਆਸਰਾ ਦੇਣਾ ਕਰ। ਮੋਕਾ ਬਾਹ ਦੇਹ ਬੀਠਲਾ। ਇਹ ਬੀਠਲ ਪਿਆਰੇ ਵਾਹਿਗੁਰੂ, ਮੈਨੂੰ ਆਪਣਾ ਬਾਹਾਂ ਰੂਪ ਆਸਰਾ ਦੇ। ਜਿਵੇਂ ਕੋਈ ਮਨੁੱਖ ਡੁੱਬਦਾ ਹੋਵੇ, ਉਹਨੂੰ ਹੱਥ ਫੜਾ ਕੇ ਉਹਦਾ ਮੋਢਾ ਫੜ ਕੇ ਸਾਧ ਸੰਗਤ ਬਚਾ ਲਈਦਾ ਹੈ। ਉਹਨੂੰ ਕੋਈ ਕਿਸ਼ਤੀ ਦਾ ਆਸਰਾ ਮਿਲ ਜੇ ਤਾਂ ਉਹਦਾ ਬਚਾਅ ਹੋ ਜਾਂਦਾ। ਇਸ ਤਰ੍ਹਾਂ ਭਗਤ ਜੀ ਕਹਿੰਦੇ ਨੇ, ਪ੍ਰਭੂ ਮੈਨੂੰ ਆਪਣੀ ਮਿਹਰ, ਆਪਣੀ ਕਿਰਪਾ ਦਾ ਹੱਥ ਦੇਣਾ ਕਰ, ਮੈਨੂੰ ਆਪਣਾ ਆਸਰਾ ਦੇ, ਤੇਰੀ ਯਾਦ, ਤੇਰਾ ਸਿਮਰਨ ਮੇਰੇ ਹਿਰਦੇ 'ਚ ਵਸ ਜਾਵੇ। ਇਹ ਦੋ ਵਾਰ ਸ਼ਬਦ ਵਰਤੇ ਨੇ, ਮੈਨੂੰ ਇਸ ਸੰਸਾਰ ਤੋਂ ਪਾਰ ਹੋਣ ਵਾਸਤੇ, ਅੱਗੇ ਪਰਲੋਕ ਵਿੱਚ ਮੇਰੀ ਇੱਜ਼ਤ ਬਣ ਕੇ ਸੁਰੱਖਿਅਤ ਹੋ ਜਾਵਾਂ, ਮੈਨੂੰ ਬਾਹਾਂ ਦੇਣਾ ਕਰ, ਆਸਰਾ ਦੇਣਾ ਕਰ। ਸਹਿਜ ਅੰਗਲ ਧੂੜ ਮਣੀ ਲਾਟੀ ਚਾਲਤੇ। ਸਾਧ ਸੰਗਤ ਭਗਤ ਨਾਨਕ ਦੇਵ ਜੀ ਜੋ ਨਦੀ ਤੇ ਜਾ ਕਰਕੇ ਵਸਤਰ ਧੋਇਆ ਕਰਦੇ ਸਨ ਦਵਾਰਕਾ ਵਿੱਚ, ਭਗਤ ਜੀ ਦਾ ਸੁਭਾਅ ਸੀ ਕਿ ਅੰਮ੍ਰਿਤ ਵੇਲੇ ਉੱਠ ਕਰਕੇ ਪਹਿਲਾਂ ਜਿਹੜੇ ਕੱਪੜੇ ਆਏ ਹੁੰਦੇ ਸਨ ਉਹਨਾਂ ਨੂੰ ਨਦੀ ਤੇ ਲਿਜਾਣਾ ਤੇ ਆਪ ਇਸ਼ਨਾਨ ਕਰਕੇ ਫਿਰ ਉਹਨਾਂ ਕੱਪੜਿਆਂ ਨੂੰ ਧੋਣਾ ਸ਼ੁਰੂ ਕਰ ਦੇਣਾ। ਇਸ ਤਰ੍ਹਾਂ ਜਦੋਂ ਭਗਤ ਜੀ ਕੱਪੜੇ ਧੋ ਲੈਂਦੇ ਸਨ ਤੇ ਪਿੱਛੋਂ ਇਹਨਾਂ ਦੀ ਜਿਹੜੀ ਘਰ ਵਾਲੀ ਸੀ ਉਸ ਦਾ ਨਾਮ ਇਸ ਸ਼ਬਦ ਅੰਦਰ ਲਾਡਲੀ ਆਇਆ। ਇਸ ਸ਼ਬਦ ਅਨੁਸਾਰ ਉਹ ਸਾਧ ਸੰਗਤ ਪਿੱਛੋਂ ਜਿਹੜੇ ਦਿਨੇ ਹੋਰ ਕੱਪੜੇ ਆਉਂਦੇ ਸਨ ਲੋਕਾਂ ਦੇ, ਉਹ ਗੱਡਾ ਬੰਦ ਕਰਕੇ ਇੱਕ ਗੱਡੇ ਤੇ ਲੱਦ ਕਰਕੇ ਉਸ ਗੱਡੇ ਨੂੰ ਹੱਕਦੀ ਹੋਈ ਪਿੱਛੋਂ ਆ ਜਾਂਦੀ ਸੀ। ਇਸ ਤਰ੍ਹਾਂ ਇੱਕ ਦਿਨ ਕੀ ਹੋਇਆ, ਭਗਤ ਜੀ ਜਦੋਂ ਸਵੇਰੇ ਆਏ ਤੇ ਉਹ ਗੱਠ ਲਿਆ ਕਰਕੇ ਜਿਹੜੀ ਪੰਡ ਲੈ ਕੇ ਆਉਂਦੇ ਸੀ ਕੱਪੜੇ ਧੋਣ ਵਾਸਤੇ ਰੱਖ ਦਿੰਦੇ, ਇਸ਼ਨਾਨ ਕਰਕੇ ਸਿਮਰਨ ਕਰਨ ਲੱਗ ਪਏ। ਸਿਮਰਨ ਕਰਦਿਆਂ ਐਸੇ ਜੁੜੇ ਕਿ ਸਾਧ ਸੰਗਤ ਦਿਨ ਚੜ ਗਿਆ। ਇਹਨਾਂ ਦੀ ਪਤਨੀ ਆਈ, ਵੇਖਿਆ ਵੀ ਅਜੇ ਭਗਤ ਜੀ ਨੇ ਕੱਪੜੇ ਧੋਤੇ ਨਹੀਂ, ਤਾਂ ਉਸ ਸਮੇਂ ਪੁੱਛਿਆ ਵੀ ਕੀ ਗੱਲ ਹੋਈ, ਤੇ ਭਗਤ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਦੋ ਭਾਵ ਹਨ, ਇੱਕ ਬਾਹਰ ਅਰਥਾਂ ਵਿੱਚ, ਇੱਕ ਅੰਤਰੀਵ ਅਰਥਾਂ ਵਿੱਚ। ਪਹਿਲੇ ਅਰਥਾਂ ਵਿੱਚ ਭਗਤ ਜੀ ਜੋ ਆਪਣੀ ਅਵਸਥਾ ਦੱਸਦੇ ਨੇ, ਸਹਿਜ ਅਵਲ। ਅਸੀਂ ਪਹਿਲਾਂ ਅਵਲ ਕਹਿੰਦੇ ਨੇ ਪਹਿਲਾਂ, ਸਹਿਜ ਨਾਮ ਸਹਿਜੇ। ਆਪਣੇ ਘਰੋਂ ਕੱਪੜੇ ਧੋਣ ਵਾਸਤੇ ਪੰਡ ਲੱਦ ਕੇ ਇੱਥੇ ਨਦੀ ਤੇ ਲੈ ਆਉਂਦੇ ਸੀ। ਧੂੜ ਮਣੀ ਲਾਟੀ ਚਾਲਤੀ, ਅਤੇ ਇਹ ਲਾਡਲੀ ਮੇਰੀ ਇਸਤਰੀ ਤੋਂ ਪਿੱਛੋਂ ਜੋ ਇਹ ਧੂੜ ਮਲੀਨ ਮੈਲੇ ਕੱਪੜਿਆਂ ਦੀਆਂ ਪੰਡਾਂ ਨਾਲ ਭਰੀ ਹੋਈ ਜਿਹੜੀ ਗੱਡੀ ਸੀ ਉਹਨੂੰ ਚਲਾ ਕਰਕੇ ਲੈ ਆਉਂਦੀ ਸੀ। ਪਿਛੈ ਤਿਲਕਾ ਲੈ ਕਰ ਹਾਂਕਤੀ। ਤੂੰ ਉਸ ਗੱਡੀ ਦੇ ਪਿੱਛੇ ਇੱਕ ਹੱਥ ਵਿੱਚ ਤਿਲਕਾ ਲੈ ਕਰਕੇ, ਸੋਟੀ ਲੈ ਕਰਕੇ ਉਹਨੂੰ ਹੱਕਦੀ ਸੀ। ਜਿਹੜੇ ਉਹ ਬੈਲ ਸਨ ਉਹਨਾਂ ਨੂੰ ਹੱਕਣ ਵਾਸਤੇ ਭਗਤ ਜੀ ਦੀ ਇਸਤਰੀ ਇੱਕ ਹੱਥ ਵਿੱਚ ਸੋਟੀ ਫੜ ਲੈਂਦੀ ਔਰ ਹੱਕਦੀ ਹੋਈ ਲੈ ਆਉਂਦੀ ਸੀ। ਭਗਤ ਜੀ ਕਹਿੰਦੇ ਇਸ ਤਰ੍ਹਾਂ ਤੂੰ ਰੋਜ਼ਾਨਾ ਆਇਆ ਕਰਦੀ। ਜੈਸੇ ਪਰਕਤ ਰੂ ਟੈਟ ਹਾਂਕਤੀ। ਜਿਸ ਤਰ੍ਹਾਂ
ਪਨਕਤ ਕਹਿੰਦੇ ਨੇ ਗੋਹੇ ਦੀ ਡਲੀ ਨੂੰ। ਜਿਵੇਂ ਸਾਧ ਸੰਗਤ ਅਸੀਂ ਦੇਖਦੇ ਹਾਂ ਘਰਾਂ ਵਿੱਚ ਤਾਲੇ ਦੇ ਭਵੱਕੜ ਹੁੰਦੇ ਨੇ, ਜਿਹਨਾਂ ਨੂੰ ਟੈਟ ਕਹਿੰਦੇ ਨੇ। ਇਹਨੂੰ ਰਾਜੇ ਦਾ ਘੋੜਾ ਵੀ ਕਹਿੰਦੇ ਨੇ। ਛੋਟਾ ਜਿਹਾ ਕਾਲਾ ਜਿਹਾ ਹੁੰਦਾ ਹੈ, ਅੱਜ ਕੱਲ ਬਹੁਤ ਹੁੰਦੇ ਨੇ, ਆਮ ਹੀ ਛੋਟੇ ਛੋਟੇ ਹੁੰਦੇ ਨੇ। ਇਹਨਾਂ ਦਾ ਸੁਭਾਅ ਕੀ ਹੁੰਦਾ ਹੈ ਕਿ ਗੋਹੇ ਦੀ ਡਲੀ ਨੂੰ ਗੋਲ ਜਿਹਾ ਕਰਕੇ ਇਹ ਰੇੜਦੇ ਹਨ। ਇੱਕ ਰੇੜਦਾ ਹੈ, ਦੂਜਾ ਖਿੱਚਦਾ ਹੈ। ਇਸ ਤਰ੍ਹਾਂ ਭਗਤ ਜੀ ਇਹ ਉਦਾਹਰਣ ਦਿੰਦੇ ਨੇ, ਜੈਸੇ ਪਨਕਤ ਰੂਪ ਟੈਟ ਹਾਂਕਦੀ। ਜਿਵੇਂ ਪਨਕਤ ਗੋਹੇ ਦੀ ਡਲੀ ਨੂੰ ਜਿਹੜੀ ਟੈਟ ਹੁੰਦੀ ਹੈ ਉਹ ਥਰੂ ਅੱਗੇ ਨੂੰ ਧੱਕਦੀ ਹੈ, ਹਾਂਕਣਾ ਕਰਦੀ ਹੈ। ਸਰ ਧੋਵਨ ਚਾਲੇ ਲਾਡਲੀ। ਇਸ ਤਰ੍ਹਾਂ ਜਿਹੜੇ ਸਰ ਧੋਵਨ ਚਾਲੇ ਲਾਡਲੀ, हे ਮੇਰੀ ਇਸਤਰੀ ਪਨਕਤ, ਤੂੰ ਵੀ ਜਿਵੇਂ ਇਹ ਜਿਹੜੇ ਮੈਲੇ ਕੱਪੜੇ ਉਹਨਾਂ ਨੂੰ ਇੱਕ ਗੱਡੇ ਤੇ ਲੱਦ ਕਰਕੇ ਤੇ ਬੈਲਾਂ ਨੂੰ ਹੱਕਦੀ ਹੋਈ ਆਉਂਦੀ। ਸਰ ਧੋਵਨ ਚਾਲੀ ਲਾਡਲੀ, ਸਰ ਜੋ ਨਦੀ ਹੈ, ਸਰੋਵਰ ਹੈ, ਉਸ ਦੇ ਲਾਡਲੀ ਕੱਪੜਿਆਂ ਨੂੰ ਧੋੜ ਚੱਲੀ ਹੈ। ਰਹਾਉ ਧੋਬੇ ਧੋਵੈ ਬਹਿ ਬਰਾਤਾ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਦੇਖੋ ਸਾਰੇ ਧੋਬੀਆਂ ਨੇ ਆਪਣੇ ਕੱਪੜੇ ਧੋ ਲਏ ਤੇ ਤੂੰ ਕਹਿੰਦੀ ਹੈ ਕਿ ਮੈਂ ਬਿਰਹੇ ਬਰਾਤਾ, ਪਰਮਾਤਮਾ ਦੇ ਪ੍ਰੇਮ ਵਿੱਚ ਚੌਂਕੜਾ ਮਾਰ ਕੇ ਸਿਮਰਨ ਕਰਨ ਲੱਗ ਪਿਆ। ਕਿਉਂਕਿ ਭਗਤ ਜੀ ਅੱਜ ਆਉਂਦਿਆਂ ਹੀ ਇਸ਼ਨਾਨ ਕਰਕੇ ਸਿਮਰਨ ਵਿੱਚ ਬੈਠ ਗਏ ਸਨ। ਇਸ ਤਰ੍ਹਾਂ ਇਹ ਮੇਰੀ ਇਸਤਰੀ ਤੂੰ ਕਹਿੰਦੀ ਹੈ ਨਾ ਕਿ ਬਾਕੀ ਧੋਬੀਆਂ ਨੇ ਤਾਂ ਕੱਪੜੇ ਧੋ ਲਏ ਨੇ, ਪਰ ਤੂੰ ਪਰਮਾਤਮਾ ਦੇ ਬਿਰਹੇ ਬਰਾਤਾ ਪ੍ਰੇਮ ਵਿੱਚ ਰੰਗਿਆ ਹੋਇਆ ਹੈ। ਹਰ ਚਰਨ ਮੇਰਾ ਮਨ ਰਾਤਾ। ਭਗਤ ਨਾਮਦੇਵ ਜੀ ਕਹਿੰਦੇ, ਇਹ ਮੇਰੀ ਇਸਤਰੀ, ਮੇਰਾ ਜਿਹੜਾ ਮਨ ਹੈ ਨਾ ਉਹ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਰੰਗਿਆ ਹੋਇਆ ਹੈ, ਤੇ ਤੂੰ ਵੀ ਆਪਣੇ ਮਨ ਨੂੰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਵਿੱਚ ਰੰਗਣਾ ਕਰ। ਇਸ ਤਰ੍ਹਾਂ ਕਹਿੰਦੇ ਆ ਸਾਧ ਸੰਗਤ, ਭਗਤ ਜੀ ਦੀ ਜਿਹੜੀ ਇਸਤਰੀ ਸੀ ਉਹ ਵੀ ਵਾਹਿਗੁਰੂ ਦਾ ਨਾਮ ਜਪਣ ਲੱਗ ਪਈ, ਨਾਮ ਵਿੱਚ ਲੀਨ ਹੋ ਗਈ। ਇਹ ਪਹਿਲੇ ਆਤਮਾ ਵਿੱਚ ਜਿਹੜਾ ਭਗਤ ਜੀ ਨੇ ਉਪਦੇਸ਼ ਦਿੱਤਾ ਹੈ ਆਪਣੀ ਇਸਤਰੀ ਨੂੰ। ਹੁਣ ਅੰਤਰੀਵ ਅਰਥ ਸਰਵਣ ਕਰੀਏ। ਸਹਿਜ ਅਵਰ ਧੂੜ ਮਣੀ ਕਾਟੀ ਚਾਲਤੇ। ਭਗਤ ਜੀ ਕਹਿੰਦੇ ਸਹਿਜ ਅਵਲ, ਅਵਲ ਸਭ ਤੋਂ ਪਹਿਲਾਂ ਸਹਿਜੇ ਹੀ ਪ੍ਰਭੂ ਦੇ ਨੇਕ ਅਨੁਸਾਰ ਜਿਹੜਾ ਇਹ ਸਰੀਰ ਹੈ ਪੰਜ ਤੱਤਾਂ ਤੋਂ ਬਣਿਆ ਹੈ। ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਮ, ਪੰਜ ਤੱਤਾਂ ਤੋਂ ਬਣਿਆ ਹੋਇਆ ਹੈ। ਧੂੜ ਕਬੀਰ ਧੂੜ ਸਕੇਲ ਕੈ ਪੁਰੀਆ ਬਾਂਦੀ ਦੇਖ। ਇਸ ਤਰ੍ਹਾਂ ਭਗਤ ਜੀ ਕਹਿੰਦੇ ਜਿਹੜੀ ਇਹ ਧੂੜ ਮਿੱਟੀ ਦੀ ਬਣੀ ਹੋਈ ਦੇਹੀ ਹੈ ਨਾ, ਇਹ ਮਣੀ ਗਾਟੀ ਚਾਲਤੀ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਪਾ ਕਰਕੇ ਪ੍ਰਲਬਧ ਲੈ ਕਰਕੇ ਇਹ ਗੱਡੀ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ਪਿਛੈ ਤਨਕਾ ਲੈ ਕਰ ਹਾਂਕਦੇ। ਤੇ ਪਿਛੈ ਜੋ ਈਸ਼ਰ ਹੈ ਪਰਮਾਤਮਾ, ਉਸ ਨੇ ਆ ਸਾਰੇ ਜੀਵਾਂ ਨੂੰ ਉਹਨਾਂ ਦੀ ਪਾਲਣਾ ਕਰਨ ਵਾਸਤੇ ਰੱਖਿਆ। ਇਹ ਪ੍ਰਭੂ ਦਾ ਬਿਰਦ ਹੈ ਕਿ ਸਾਰਿਆਂ ਦੀ ਪਾਲਣਾ ਕਰਦਾ। ਪਾਲਣਾ ਕਰਨ ਵਾਸਤੇ ਪਰਮਾਤਮਾ ਨੇ ਆਪਣੇ ਹੱਥ ਵਿੱਚ ਤਨਕਾ ਲੈਣਾ ਕੀਤਾ ਔਰ ਜਿਹੜੀ ਪਰਾਲਬਧ ਹੈ ਉਹ ਜੀਵਾਂ ਨੂੰ ਹੱਕ ਰਹੀ ਹੈ। ਜਿਹੋ ਜੀ ਕਿਸੇ ਦੀ ਪਰਾਲਬਧ ਬਣ ਜਾਂਦੀ ਹੈ, ਕਿਸੇ ਦੀ ਪੁੰਨਾਂ ਵਾਲੀ ਪਰਾਲਬਧ ਹੈ, ਕਿਸੇ ਦੀ ਪਾਪਾਂ ਵਾਲੀ ਪਰਾਲਬਧ ਹੈ, ਉਸ ਤਰ੍ਹਾਂ ਇਹਨਾਂ ਜੀਵਾਂ ਨੂੰ ਇਹ ਵਾਹਿਗੁਰੂ ਦਾ ਜਿਹੜਾ ਹੁਕਮ ਹੈ ਇਹ ਹੱਕ ਰਿਹਾ ਹੈ। ਜੈਸੇ ਪਨਕਤ ਰੂ ਟੈਟ ਹਾਂਕਦੇ। ਜਿਸ ਤਰ੍ਹਾਂ ਭਗਤ ਜੀ ਕਹਿੰਦੇ ਜਿਹੜੀ ਉਹ ਗੋਹੇ ਦੀ ਡੜੀ ਹੁੰਦੀ ਹੈ ਉਸ ਨੂੰ ਟੈਟ ਹੱਕਦੀ ਹੈ ਨਾ,
ਰੇੜਦੀ ਹੈ ਅੱਗੇ ਦੇ ਤਾਈ। ਇਸ ਤਰ੍ਹਾਂ ਹੀ ਜਿਹੜੀ ਪਰਾਲੰਬਤ ਹੈ ਉਹ ਸਰੀਰਾਂ ਨੂੰ ਸਾਧ ਸੰਗਤ ਹੈ ਤਾਂ ਸਰੀਰ ਮਿੱਟੀ ਦੇ ਬਣੇ ਹੋਏ, ਪਰ ਇਹਨਾਂ ਵਿੱਚ ਜੋਤ ਰੱਖੀ ਹੈ ਵਾਹਿਗੁਰੂ ਨੇ, ਤੇ ਇਹਨਾਂ ਨੂੰ ਸੰਸਾਰ ਦੇ ਵਿੱਚ ਪਦਾਰਥਾਂ ਵਿੱਚ ਪਾ ਕੇ ਹੱਥ ਰਹੀ ਹੈ। ਫਿਰ ਸਰੀਰਾਂ ਦੇ ਅੰਦਰ ਜੀਵ ਨੇ ਪਦਾਰਥਾਂ ਨੂੰ ਸੱਤ ਕੀਤਾ ਹੋਇਆ ਹੈ, ਤੇ ਆਪਣੇ ਕਰਮਾਂ ਅਨੁਸਾਰ ਆਪਣੀ ਪ੍ਰਾਲਬਧ ਨੂੰ ਜੀਵ ਪ੍ਰਾਪਤ ਕਰਦੇ ਨੇ, ਆਪਣੇ ਜੀਵ ਦਾ ਨਿਰਵਾਹ ਕਰਦੇ ਹਨ। ਇਸ ਤਰ੍ਹਾਂ ਜਿਵੇਂ ਉਹ ਗੋਹੇ ਦੀ ਡਲੀ ਨੂੰ ਹੱਕਦੀ ਹੈ, ਟੈਟ ਹੁੰਦੀ ਹੈ ਜਿਹੜੀ, ਭਗਤ ਜੀ ਕਹਿੰਦੇ ਭਾਈ ਇਹ ਜਿਹੜੀ ਪ੍ਰਾਲਬਧ ਹੈ ਇਹ ਜੀਵਾਂ ਦੇ ਤਾਈ, ਇਸ ਮਿੱਟੀ ਦੀ ਦੇਹੀ ਦੇ ਤਾਈ ਹੱਕ ਰਹੀ ਹੈ। ਸਰ ਧੋਵਨ ਚਾਲੇ ਲਾਡਲੇ। ਪਰ ਇੱਕ ਐਸੇ ਪ੍ਰੇਮੀ ਜੀਵ ਹਨ, ਉਹਨਾਂ ਦੀ ਬੁੱਧੀ ਸਾਧ ਸੰਗਤ ਸਤ ਸੰਗਤ ਵਿੱਚ ਆਪਣੇ ਸਕਾਮ ਕਰਮਾਂ ਨੂੰ ਧੋਣ ਵਾਸਤੇ ਚੱਲੀ। ਜਿਹੜੇ ਜੀਵ ਸਤ ਸੰਗਤ ਵਿੱਚ ਆ ਕਰਕੇ ਸਕਾਮ ਸਹਿਤ ਕਾਮਨਾ ਦੇ ਕਿਰਿਆ ਕਰਦੇ ਨੇ, ਧਰਮ ਕਮਾਉਂਦੇ ਨੇ, ਸੇਵਾ ਸਿਮਰਨ ਕਰਦੇ ਨੇ, ਉਹ ਆਪਣੇ ਮਨ ਨੂੰ ਸਕਾਮ ਕਰਮਾਂ ਦੇ ਨਾਲ ਧੋ ਰਹੇ ਹਨ। ਔਰ ਦੂਜੇ ਪਾਸੇ ਜਿਹੜੇ ਪ੍ਰਭੂ ਦੇ ਪਿਆਰੇ ਨਿਸ਼ਕਾਮੀ ਹਨ, ਨਿਸ਼ਕਾਮ ਭਾਵਨਾ ਦੇ ਨਾਲ ਪ੍ਰਭੂ ਦਾ ਸਿਮਰਨ ਕਰਕੇ ਉਹ ਸਾਧ ਸੰਗਤ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਧੋ ਰਹੇ ਨੇ। ਇਸ ਤਰ੍ਹਾਂ ਭਗਤ ਜੀ ਕਹਿੰਦੇ ਲਾਡਲੀ ਜਿਹੜੀ ਪ੍ਰੇਮ ਵਾਲੀ ਬੁੱਧੀ ਹੈ, ਵਾਹਿਗੁਰੂ ਦੇ ਭੈ ਵਾਲੀ, ਉਹ ਸਤ ਸੰਗਤ ਰੂਪ ਸਰੋਵਰ ਦੇ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਧੋਣ ਵਾਸਤੇ ਚੱਲੀ ਹੈ। ਧੋਪੇ ਧੋਵੈ ਬਿਰਹਾ ਬਰਾਤਾ। ਵਿਸ਼ਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਧੋਪੀ ਧੋਵੈ। ਜਿਵੇਂ ਸਾਧ ਸੰਗਤ ਧੋਪੀ ਕੱਪੜੇ ਨੂੰ ਧੋਂਦੇ ਨੇ, ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਪਿਆਰੇ ਨੇ ਬਿਰਹਿ ਬਰਾਤਾ, ਉਹ ਪ੍ਰੇਮ ਵਿੱਚ ਰੰਗੇ ਹੋਏ ਨੇ, ਬਿਰਹਿ ਵਿਛੋੜੇ ਵਿੱਚ ਹਨ ਵਾਹਿਗੁਰੂ ਦੇ ਕਿ हे ਪ੍ਰਭੂ ਸਾਨੂੰ ਆਪਣੇ ਨਾਲ ਮੇਲ ਲੈਣਾ ਕਰ। ਬਹੁਤ ਜਨ ਵਿਛਰੇ ਤੇ ਮਾਧੋ ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਬਿਰਹਿ ਵਿੱਚ ਉਹ ਸਾਧ ਸੰਗਤ ਆਪਣਾ ਜੀਵਨ ਬਤੀਤ ਕਰਦੇ ਨੇ। ਤੇ ਧੋਬੀ ਧੋਵੈ, ਧੋਬੀ ਕੌਣ ਨੇ? ਸਤਿਗੁਰੂ ਮਹਾਰਾਜ। ਉਹਨਾਂ ਦੇ ਮਨ ਨੂੰ ਕੱਪੜੇ ਨੂੰ ਪ੍ਰੇਮ ਰੂਪ ਜਲ ਪਾ ਕਰਕੇ ਸਾਧ ਸੰਗਤ ਨਾਮ ਰੂਪ ਸਾਬਣ ਲਾ ਕਰਕੇ ਧੋ ਦਿੰਦੇ ਹਨ। ਉਹਨਾਂ ਦੇ ਮਨ ਨੂੰ ਕਾਇਆ ਨੂੰ ਬਦਲ ਦਿੰਦੇ ਨੇ, ਪ੍ਰੇਮ ਦਾ ਰੰਗ ਚਾੜ ਦਿੰਦੇ ਹਨ। ਸਤਿਗੁਰੂ ਧੋਪੀ ਧੋਵੈ ਬਿਰਹਿ ਬਰਾਤਾ, ਜਿਹੜੇ ਬਿਰਹਿ ਦੇ ਵਿੱਚ ਪ੍ਰੇਮ ਵਿੱਚ ਰੰਗੇ ਹੋਏ ਨੇ, ਸਤਿਗੁਰੂ ਕਹਿੰਦੇ ਭਾਈ ਉਹ ਵੀ ਗੁਰਮੁਖ ਆਪਣੇ ਮਨ ਰੂਪ ਕੱਪੜੇ ਨੂੰ ਸਤ ਸੰਗਤ ਰੂਪ ਘਾਟ ਦੇ ਉੱਪਰ ਪ੍ਰੇਮ ਰੂਪ ਜਲ ਪਾ ਕਰਕੇ ਗੁਰੂ ਦਾ ਉਪਦੇਸ਼ ਸਾਬਣ ਲਾ ਕਰਕੇ ਧੋਂਦੇ ਹਨ। ਹਰ ਚਰਨ ਮੇਰਾ ਮਨ ਰਾਤਾ। ਭਗਤ ਜੀ ਕਹਿੰਦੇ हे ਪ੍ਰਭੂ ਮੇਰਾ ਮਨ ਤਾਂ ਆਪ ਜੀ ਦੇ ਚਰਨਾਂ ਵਿੱਚ ਰੰਗਿਆ ਹੋਇਆ ਹੈ। ਮੇਰੇ ਅੰਦਰ ਤਾਂ ਤੇਰਾ ਹੀ ਪ੍ਰੇਮ ਹੈ, ਹਰ ਸਮੇਂ ਤੇਰੀ ਯਾਦ ਬਣੀ ਹੋਈ ਹੈ। ਭਗਤ ਨਾਮ ਲਿਓ ਰਾਮ ਰਹਿਆ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਹਿੰਦੇ ਨੇ हे ਪ੍ਰਭੂ ਤੂੰ ਸਭ ਥਾਵਾਂ ਤੇ ਰਮਿਆ ਹੋਇਆ ਮਿਲਿਆ ਹੋਇਆ ਹੈ। ਆਪਣੇ ਭਗਤ ਪਰ ਕਰ ਦਇਆ। ਆਪਣੇ ਭਗਤ ਤੇ ਦਇਆ ਕਰਨਾ, ਇਹ ਦ੍ਰਿਸ਼ਟੀ ਕਰਕੇ ਹਰ ਸਮੇਂ ਨਾਮ ਜਪਦੇ ਰਹੀਏ, ਸੇਵਾ ਸਿਮਰਨ ਕਰਦੇ ਰਹੀਏ। ਜਾ ਪ੍ਰਭ ਭਏ ਦਿਆਲ ਨਾਮ ਜਪੈ ਮਾਇਆ। ਜਦੋਂ ਪ੍ਰਮਾਤਮਾ ਦਇਆ ਕਰਦਾ ਹੈ ਨਾ ਉਦੋਂ ਮਾਇਆ ਨਹੀਂ ਜਾਪਦੀ। ਜਾ ਪ੍ਰਭ ਭਏ ਦਿਆਲ ਨਾ ਜਪੈ ਮਾਇਆ, ਕੋਟ ਅਗਾ ਗਏ ਨਾਸ ਹਰ ਇੱਕ ਤੇ ਆਇਆ। ਨਿਰਮਲ ਭਏ ਸਰੀਰ ਜਨ ਧੂਰੀ ਨਾਏ, ਮਨ ਤਨ ਭਏ ਸੰਤੋਖ।
ਉਹਨਾਂ ਦੇ ਮਨ ਵਿੱਚ ਤੇ ਤਨ ਸਰੀਰ ਦੇ ਅੰਦਰ ਸੰਤੋਖ ਪੈਦਾ ਹੋ ਜਾਂਦਾ। ਜਾਂ ਪ੍ਰਭ ਆਇਆ, ਜਦੋਂ ਉਹ ਪ੍ਰਮਾਤਮਾ ਨੂੰ ਭਾ ਜਾਂਦੇ ਸਾਧ ਸੰਗਤ। ਐਸੇ ਦਇਆਲੂ ਸਤਿਗੁਰੂ ਮਹਾਰਾਜ ਜੀ ਹਨ। ਇਹ ਦੋ ਸ਼ਬਦਾਂ ਅੰਦਰ ਭਗਤ ਜੀ ਨੇ ਸਾਨੂੰ ਉਪਦੇਸ਼ ਬਖਸ਼ਿਆ ਕਿ ਭਾਈ ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਬੇਨਤੀ ਕਰੀਏ ਕਿ ਪ੍ਰਭੂ ਸਾਡੇ ਤੇ ਵੀ ਦਇਆ ਕਰ, ਸਾਨੂੰ ਸਤਿਗੁਰਾਂ ਨਾਲ ਮਿਲਣਾ ਕਰ, ਸਾਨੂੰ ਆਪਣੇ ਭਗਤਾਂ ਦੀ ਸੰਗਤ ਬਖਸ਼, ਨਾਮ ਬਾਣੀ ਸੇਵਾ ਸਿਮਰਨ ਵਾਲਾ ਜੀਵਨ ਬਖਸ਼ ਕਰ। ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਰਥ ਬਖਸ਼ਣੀ ਜੀ। ਭਗਤ ਨਾਮ ਦਿਓ ਰਾਮ ਰਹਿਆ, ਆਪਣੇ ਭਗਤ ਪਰ ਕਰ ਦਇਆ। ਵਾਹਿਗੁਰੂ ਜੀ ਕਾ ਖਾਲਸਾ